ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਬਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਸੋ ਦਰ ਤੇਰਾ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਬਾਣੀ ਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਜ਼ੂਰ ਦੇ ਓਟ ਆਸਰੇ ਦਾ ਸਦਕਾ ਚੱਲ ਰਹੀ ਲੜੀਵਾਰ ਧੁਰ ਕੀ ਬਾਣੀ ਦੀ ਵਿਆਖਿਆ ਜੋ ਸੋ ਘਰ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਹਜ਼ੂਰ ਦੇ ਅੰਗ ਨੰਬਰ 8 ਤੇ ਸੁਭਾਇਮਾਨ ਆਸਾ ਰਾਗ ਦੇ ਸ਼ਬਦ ਜੋ ਕਿ ਸੋਦਰ ਬਾਣੀ ਵਿੱਚ ਰਹਿ ਰਾਜ ਸਾਹਿਬ ਜੀ ਦੀ ਬਾਣੀ ਦੇ ਆਰੰਭ ਵਿੱਚ ਸ਼ਬਦ ਆਉਂਦਾ ਹੈ, ਉਸ ਦੀ ਵਿਚਾਰ ਸਤਿਗੁਰੂ ਜੀ ਦੀ ਅਨੁਕੰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪ ਜੀ ਨਾਲ ਸਾਂਝੀ ਕੀਤੀ ਜਾਏਗੀ। ਇਸ ਸ਼ਬਦ ਵਿੱਚ ਵਾਰ-ਵਾਰ ਸਤਿਗੁਰੂ ਜੀ ਨੇ ਗਾਵਣ ਗਾਵਣ ਸ਼ਬਦ ਵਰਤਿਆ, ਗਾਉਣ ਦੀ ਗੱਲ ਕੀਤੀ ਹੈ, ਕੀਰਤਨ ਦੀ ਗੱਲ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਪਾਉਣ ਦਾ ਸਭ ਤੋਂ ਸਰਲ ਤੇ ਸੌਖਾ ਤਰੀਕਾ ਸਿੱਖ ਦੀ ਝੋਲੀ ਵਿੱਚ ਪਾਇਆ। ਉਹ ਕਹਿੰਦੇ ਨੇ ਤੈਨੂੰ ਕਿਤਿਓਂ ਹੋਰ ਕੁਝ ਲੈਣ ਦੀ ਲੋੜ ਨਹੀਂ, ਥੋੜਾ ਜਿਹਾ ਸ਼ਾਂਤ ਹੋ ਕੇ ਇਸ ਬ੍ਰਹਿਮੰਡ ਵਿੱਚ ਗੂੰਜ ਰਹੀ ਆਵਾਜ਼ ਨੂੰ ਸੁਣ। ਪਹਿਲਾਂ ਤਾਂ ਅਸਥੂਲ ਸੁਣਨੀ ਪਏਗੀ, ਜਿਵੇਂ ਅਸੀਂ ਬੋਲਨੇ ਹਾਂ, ਇਹਨੂੰ ਸੁਣ ਧਿਆਨ ਨਾਲ। ਜੇ ਅਜੇ ਤੂੰ ਇਹਨੂੰ ਸੁਣਨ ਦੇ ਸਮਰੱਥ ਨਹੀਂ, ਕਿਉਂਕਿ ਕਦੀ ਤੈਨੂੰ ਸੁਪਨਾ ਹੀ ਨਹੀਂ ਆਇਆ ਵੀ ਤੇਰੇ ਵਿੱਚੋਂ ਕੌਣ ਬੋਲ ਰਿਹਾ, ਤਾਂ ਤੂੰ ਇਸ ਬ੍ਰਹਿਮੰਡ ਵਿੱਚ ਜਿੰਨੇ ਜੀਵ ਨੇ, ਜਿੰਨੇ ਪੰਛੀ ਨੇ, ਜਿੰਨੇ ਪਸ਼ੂ ਨੇ, ਜਿੰਨੀਆਂ ਹਵਾਵਾਂ ਨੇ, ਜਿੰਨੀ ਅਗਨੀ ਹੈ, ਧਿਆਨ ਲਾ ਕੇ ਇਹਦੀ ਆਵਾਜ਼ ਨੂੰ ਸੁਣ। ਪੰਛੀ ਕਿਵੇਂ ਬੋਲਦੇ ਨੇ। ਸਵੇਰੇ ਤੁਸੀਂ ਉੱਠਦੇ ਹੋ ਅੰਮ੍ਰਿਤ ਵੇਲੇ, ਪੰਛੀ ਸਭ ਤੋਂ ਪਹਿਲਾਂ ਕੁਝ ਗਾਉਣਗੇ ਰੁੱਖਾਂ ਤੇ ਬਹਿ ਕੇ ਤਕਰੀਬਨ 2-2:30 ਵਜੇ, ਤੇ ਉਹ ਬੋਲਦੇ ਵੀ ਨਹੀਂ, ਗਾਉਂਦੇ ਨੇ। ਬੋਲਣਾ ਹੋਰ ਚੀਜ਼ ਹੈ, ਗਾਉਣਾ ਹੋਰ ਚੀਜ਼ ਹੈ, ਪਾਠ ਕਰਨਾ ਹੋਰ ਚੀਜ਼ ਹੈ, ਗੁਰਬਾਣੀ ਦਾ ਕੀਰਤਨ ਹੋਰ ਚੀਜ਼ ਹੈ। ਪੰਛੀ ਵੀ ਗਾ ਰਹੇ ਨੇ। ਇੱਥੇ ਗੁਰੂ ਸਾਹਿਬ ਤਾਂ ਹੀ ਤੇ ਕਹਿ ਰਹੇ ਨੇ, ਤੂੰ ਪਰਮਾਤਮਾ ਦਾ ਪਹਿਲਾਂ ਦਰਵਾਜ਼ਾ ਤੇ ਲੱਭ। ਦਰਵਾਜ਼ਾ ਲੱਭੇਗਾ ਘਰ ਵਿੱਚ ਤਾਂ ਹੀ ਜਾਏਗਾ ਨਾ, ਪਹਿਲਾਂ ਗੇਟ ਆਏਗਾ। ਪਹਿਲਾਂ ਤੇ ਮਾਰਗ ਲੱਭ,
ਪਹਿਲਾਂ ਤੇ ਪੌੜੀਆਂ ਦਸੀਆਂ, ਪਿੱਛੇ ਸਾਰੇ ਜਪਜੀ ਸਾਹਿਬ ਵਿੱਚ ਪੌੜੀਆਂ ਦਸੀਆਂ ਨੇ, ਜਿਨ੍ਹਾਂ ਪੌੜੀਆਂ ਤੇ ਚੜ੍ਹ ਕੇ ਸੁਰਤ ਤੇਰੀ ਉੱਚੀ ਉੱਠਣੀ ਹੈ। ਹੁਣ ਜਦੋਂ ਮਾਰਗ ਤੈਅ ਹੋ ਗਿਆ ਤੇ ਦਰਵਾਜ਼ਾ ਆਏਗਾ, ਦਰਵਾਜ਼ੇ ਦੀ ਨਿਸ਼ਾਨੀ ਦਸੀ। ਦਰਵਾਜ਼ੇ ਤੇ ਕੀ ਕਹਿੰਦੇ? ਉਹਦਾ ਦਰਵਾਜ਼ਾ ਕੋਈ ਲੱਕੜ ਦਾ, ਲੋਹੇ ਦਾ, ਪੱਥਰ ਦਾ, ਕੋਈ ਫਿਕਸ ਨਹੀਂ ਬਣਿਆ ਹੋਇਆ ਵੀ ਕਿਹੜੀ ਥਾਂ ਤੇ ਹੈ। ਉਸ ਵਾਹਿਗੁਰੂ ਦਾ ਦਰਵਾਜ਼ਾ ਇਸ ਬ੍ਰਹਿਮੰਡ ਦੀ ਜਿੰਨੀ ਜੀਵ ਬੋਲ ਰਹੇ ਨੇ, ਜਿੰਨੇ ਵੀ ਜੀਵ ਨੇ, 84 ਲੱਖ ਜੀਵ ਜਿੰਨੇ ਬੋਲ ਰਹੇ ਨੇ, ਕਹਿੰਦੇ ਉਹਨਾਂ ਦੀ ਆਵਾਜ਼ ਨੂੰ ਪਹਿਲਾਂ ਧਿਆਨ ਨਾਲ ਸੁਣ। ਸਾਰਿਆਂ ਦੀ ਪਹਿਲਾਂ ਉਧਰ ਸੁਣ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਇਹ ਉਹਦਾ ਸੋਦਾਰ ਹੈ ਜਿੱਥੇ ਉਹ ਬੋਲ ਰਹੇ ਨੇ। ਇੱਕ ਪਸ਼ੂ ਬੋਲਦਾ, ਉਹਦੀ ਆਵਾਜ਼ ਵਿੱਚ ਉਹਦਾ ਸੋਦਾਰ ਹੈ। ਇਹ ਮੈਂ ਅੱਗੇ ਜਾ ਕੇ ਬੇਨਤੀ ਕਰਾਂਗਾ। ਪਹਿਲਾਂ ਬਾਹਰ ਦੀ ਆਵਾਜ਼ ਸੁਣ, ਬਾਹਰਲੀ ਆਵਾਜ਼ ਟਿਕ ਕੇ ਧਿਆਨ ਲਾ ਕੇ ਸੁਣ। ਜੋ ਬੋਲਤ ਹੈ ਮ੍ਰਿਗਮੀਨ ਪਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹਦੀ ਆਵਾਜ਼ ਹੈ। ਉਹ ਆਪਾਂ ਕਹਿਣ ਨੂੰ ਕਵਾਂਗੇ ਫਲਾਣਾ ਪੰਛੀ ਬੋਲ ਰਿਹਾ, ਕਹਿਣ ਨੂੰ ਕਵਾਂਗੇ ਫਲਾਣਾ ਮਨੁੱਖ ਬੋਲ ਰਿਹਾ, ਪਰ ਉਹ ਮਨੁੱਖ ਨਹੀਂ, ਉਹ ਪੰਛੀ ਨਹੀਂ। ਉਹ ਸਰੀਰ ਉਸ ਪੰਛੀ ਪਸ਼ੂ ਦਾ, ਮਨੁੱਖ ਦਾ ਹੋ ਸਕਦਾ, ਆਵਾਜ਼ ਮਨੁੱਖ ਦੀ ਨਹੀਂ। ਆਵਾਜ਼ ਕਿਸੇ ਹੋਰ ਦੇਸ਼ ਵਿੱਚੋਂ ਆਈ ਹੈ। ਉਸੇ ਨੂੰ ਕਿਹਾ ਆਵਾਜ਼ ਨੂੰ ਸੁਣ। ਉਹਨੂੰ ਕਿਹਾ ਉਹਦਾ ਦਰ ਹੈ। ਹੁਣ ਤੂੰ ਦਰਵਾਜ਼ੇ ਤੱਕ, ਤੇਰੀ ਸੁਰਤ ਉਹਦੇ ਦਰਵਾਜ਼ੇ ਤੱਕ ਚਲੀ ਗਈ, ਉਹਦੇ ਤੱਕ ਪਹੁੰਚ ਗਈ। ਹੁਣ ਤੂੰ ਆਪਣੀ ਆਵਾਜ਼ ਨੂੰ ਸੁਣ। ਇਹ ਸਾਧਨਾ ਹੈ ਸਾਰੀ, ਜਿਹਦੇ ਵਿੱਚੋਂ ਆਨੰਦ ਆਉਣਾ, ਜਿਹਦੇ ਵਿੱਚੋਂ ਅਨਹਦ ਨਾਦ ਸੁਣੀਣਾ, ਜਿਹਦੇ ਵਿੱਚੋਂ ਅੰਦਰ ਬਖਸ਼ਾਂ ਵਰਤਣੀਆਂ ਨੇ, ਅੰਦਰ ਮੀਂਹ ਪੈਣਾ ਆਨੰਦ ਦਾ। ਉਹ ਇਹ ਰਾਹ ਹੈ, ਹੋਰ ਕੋਈ ਰਾਹ ਨਹੀਂ ਹੈ। ਉਹ ਦਿਮਾਗ ਦਾ ਰਾਹ ਨਹੀਂ, ਉਹ ਕਲਪਿਤ ਰਾਹ ਨਹੀਂ, ਉਹ ਸਾਧਨਾ ਦਾ ਹੈ। ਗਿਆਨ ਜਿਹੜਾ ਗਿਆਨ ਮੰਡਲ, ਅਖਰੀ ਗਿਆਨ ਜਾਂ ਸਿੱਖਿਆ ਰੂਪ ਗਿਆਨ ਹੈ, ਉਹ ਤੇ ਸਾਡੇ ਦਿਮਾਗ ਦੇ ਅੰਦਰ ਇਸ ਕਲਾਸ ਵਿੱਚ ਹੈ ਨਾ। ਪਰ ਜਿੱਥੇ ਕੋਈ ਆਨੰਦ ਦੀ ਕਲਾਸ ਸ਼ੁਰੂ ਹੋਣੀ, ਉੱਥੇ ਬੁੱਧੀ ਕੰਮ ਨਹੀਂ ਕਰਦੀ, ਬੁੱਧੀ ਤੋਂ ਪਾਰ ਦੀ ਹੈ। ਉਹਦੇ ਤੋਂ ਅੱਗੇ ਜਾ ਕੇ ਕਹਿੰਦੇ ਆਪਣੀ ਆਵਾਜ਼ ਸੁਣ, ਆਪਣੀ ਆਵਾਜ਼ ਸੁਣ, ਤੂੰ ਬੋਲ। ਪਿੱਛੇ ਆਪਾਂ ਸਾਰੀ ਵਿਚਾਰ ਕੇ ਆਏ ਹਾਂ, ਗਾ ਵੀ ਹੈ, ਜੋ ਕੁਝ ਅਸੀਂ ਗਾ ਰਹੇ ਹਾਂ ਸੁਣੀ ਹੈ, ਉਹਨੂੰ ਸੁਣ ਤੇ ਮਨ ਰੱਖੀਏ ਭਾਵ। ਉਹ ਆਵਾਜ਼ ਸਾਡੇ ਉਸ ਸੈਂਟਰ ਤੋਂ ਆ ਰਹੀ ਜਿੱਥੋਂ ਅਸੀਂ ਬੋਲਨੇ ਹਾਂ। ਜੇ ਸਾਡੀ ਆਤਮਾ, ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਸਾਰਿਆਂ ਵਿੱਚ ਆਤਮਾ, ਆਤਮਾ ਦਾ ਸਬੂਤ ਵੀ ਹੈ ਕੋਈ? ਜੇ ਆਤਮਾ ਦਾ ਸਬੂਤ ਹੈ ਤੇ ਉਹ ਸਿਰਫ ਇੱਕੋ ਹੀ ਇੱਕ ਇਸ ਆਦਮੀ ਦੇ ਵਿੱਚੋਂ ਆਵਾਜ਼ ਆ ਰਹੀ ਹੈ। ਪਰਮਾਤਮਾ ਦਾ ਹੋਰ, ਸਾਡੀ ਆਤਮਾ ਦਾ ਹੋਰ ਕੋਈ ਸਬੂਤ ਨਹੀਂ ਵੀ ਸਰੀਰ ਵਿੱਚ ਆਤਮਾ ਹੈ। ਆਵਾਜ਼ ਤੋਂ ਪਤਾ ਲੱਗਦਾ ਵੀ ਇਹਦੇ ਵਿੱਚ ਪਰਮਾਤਮਾ ਹੈ, ਇਹਦੇ ਵਿੱਚ ਆਤਮਾ ਹੈ। ਯਾਨੀ ਕਿ ਸਾਡੀ ਆਤਮਾ ਜਿਹੜੀ ਬਿਲਕੁਲ ਅਣਦਿਸਦੀ ਹੈ, ਦਿਸਣ ਵਿੱਚ ਆਉਂਦੀ ਨਹੀਂ, ਪਕੜਨ ਵਿੱਚ ਆਉਂਦੀ ਨਹੀਂ, ਤਸਵੀਰ ਵਿੱਚ ਆਉਂਦੀ ਨਹੀਂ, ਰਿਕਾਰਡਿੰਗ ਵਿੱਚ ਆਉਂਦੀ ਨਹੀਂ। ਜੇ ਉਹਦੇ ਉਪ ਸਥਿਤੀ ਨੂੰ ਆਪਾਂ ਲੱਭਣਾ ਹੋਵੇ ਤਾਂ ਉੱਥੋਂ ਸਾਨੂੰ ਆਵਾਜ਼ ਤੋਂ ਪਤਾ ਲੱਗੇਗਾ ਵੀ ਇੱਥੇ ਕਿਤੇ ਵਿੱਚ ਆਤਮਾ ਹੈ। ਦੇ ਸਰੀਰ ਦੇ ਅੰਦਰ ਜੋਤ ਟਿਕੀ ਹੋਈ ਹੈ। ਜਿਵੇਂ ਕਿਸੇ ਘਰ ਦੇ ਵਿੱਚੋਂ ਧੂੰਆਂ ਨਿਕਲੇ ਨਾ, ਧੂਏ ਨੂੰ ਵੇਖ ਕੇ ਆਪਾਂ ਕਹਿੰਦੇ ਉੱਥੇ ਅੱਗ ਬਲਦੀ ਪਈ ਹੈ। ਇਸ ਸਰੀਰ ਦੇ ਵਿੱਚ ਆਤਮਾ ਹੈ। ਇਹਦੀ ਨਿਸ਼ਾਨੀ ਕੀ ਹੈ? ਇਸ ਬੰਦੇ ਵਿੱਚੋਂ ਆਵਾਜ਼ ਆ ਰਹੀ ਹੈ ਤੇ ਸਾਡੀ ਆਵਾਜ਼ ਸਾਡੀ ਆਤਮਾ ਦੇ ਬਿਲਕੁਲ ਨੇੜੇ ਹੈ ਤੇ ਸਾਡੀ ਆਤਮਾ ਪਰਮਾਤਮਾ ਦੇ ਬਿਲਕੁਲ ਨੇੜੇ ਹੈ। ਇਹ ਰਸਤਾ ਹੈ। ਆਵਾਜ਼ ਦੇ ਰਾਹੀਂ ਅਸੀਂ ਆਤਮਾ ਤੱਕ ਜਾਣਾ ਹੈ, ਆਪਣੇ ਆਪੇ ਤੱਕ ਜਾਣਾ ਹੈ। ਤੇ ਆਪਣੇ ਆਪੇ ਉਹਨੂੰ ਤੇ ਗੁਰੂ ਸਾਹਿਬ ਨੇ ਕਿਹਾ ਨੇਤਰ ਹੈ, ਉਹਦੇ ਨਾਲ ਹੀ ਤੇ ਰੱਬ ਦਿਸਣਾ, ਹੋਰ ਇਹਨਾਂ ਨਾਲ ਥੋੜ੍ਹੀ ਦਿਸਣ ਲੱਗਾ। ਉਹ ਅਜੇ ਧੁੰਦਲੀ ਹੈ। ਉਹਦੇ ਆਲੇ ਦੁਆਲੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਪਹਿਲਾਂ ਲਾਉਣੇ ਪੈਣਗੇ, ਭਰੀਏ ਹੱਥ ਪੈਰ ਤੰਦੇ। ਉਹ ਸਾਰੇ ਜਦੋਂ ਲੈ ਗਏ ਤੇ ਜਾਵਾਂਗੇ ਉਹਦੇ ਤੱਕ। ਅਸੀਂ ਆਵਾਜ਼ ਦੇ ਰਹੇ ਜਦੋਂ ਅਸੀਂ ਬੋਲਨੇ ਹਾਂ। ਇਸ ਕਰਕੇ ਗੁਰੂ ਸਾਹਿਬ ਨੇ ਪਹਿਲਾਂ ਤੇ ਕਿਹਾ ਜੋ ਬੋਲਣਾ ਹੈ ਉਹਨੂੰ ਸੁਣ ਤੇ ਤੂੰ ਆਪਣੀ ਆਤਮਾ ਤੱਕ ਚਲਾ ਜਾਏਗਾ। ਫਿਰ ਬੋਲਣਾ ਵੀ ਇੰਨਾ ਕੰਮ ਨਹੀਂ ਕਰਦਾ। ਇਹਦੇ ਤੋਂ ਅੱਗੇ ਕਹਿੰਦੇ ਬੋਲ ਨੂੰ ਲੰਮਾ ਕਰਕੇ ਬੋਲ, ਬੋਲਣ ਨੂੰ ਹੋਰ ਲੰਮਾ ਕਰ। ਉਹਦੇ ਨਾਲ ਕੀ ਹੋਵੇਗਾ? ਜਿਹੜੀ ਸਾਡੀ ਆਵਾਜ਼ ਹੈ ਇਹਦੇ ਵਿੱਚ ਇੰਨਾ ਅਨੰਤ ਖਲਾਰਾ ਤੇ ਭੰਡਾਰਾ ਹੈ। ਜਦੋਂ ਇਹਨੂੰ ਪੂਰਾ ਖਿੱਚ ਕੇ ਲੰਮੇ ਤੌਰ ਤੇ ਗਾਇਆ ਜਾਂਦਾ ਤੇ ਇਹਦੇ ਕਈ ਪਰਤਾਂ ਖੁੱਲਣ ਲੱਗ ਪੈਂਦੀਆਂ ਨੇ। ਸਾਡੀ ਆਵਾਜ਼ ਦੀਆਂ ਜੋ ਅਸੀਂ ਬੋਲ ਰਹੇ ਹਾਂ, ਇਹਦੀਆਂ ਪਰਤਾਂ, ਇਹਦੇ ਦਰਵਾਜ਼ੇ, ਇਹਦੇ ਸੈਂਟਰ ਪਤਾ ਨਹੀਂ ਕਿੰਨੇ ਕੁ ਨੇ ਅੰਦਰ, ਜਿਹਦਾ ਕੋਈ ਅੰਤ ਨਹੀਂ। ਹੋਰ ਕਿਸੇ ਸਾਧਨਾ ਵੱਲ ਸਿੱਖ ਨੂੰ ਵੇਖਣ ਦੀ ਲੋੜ ਹੀ ਨਹੀਂ ਪੈਂਦੀ।
ਜਿਸ ਮਨੁੱਖ ਨੇ ਆਪਣੀ ਆਵਾਜ਼ ਦੇ ਉੱਤੇ ਕੰਮ ਕੀਤਾ ਹੈ, ਸੁਰਤ ਤੇ ਸ਼ਬਦ ਦੇ ਧਿਆਨ ਤੇ ਕੰਮ ਕੀਤਾ ਹੈ, ਉਹਨੂੰ ਕਿਸੇ 6 ਚੱਕਰਾਂ ਦੀ ਲੋੜ ਨਹੀਂ, ਕਿਉਂਕਿ ਉਹ ਤਾਂ ਵਿਦਿਆ ਹੀ ਬੜੀ ਨੀਵੀਂ ਛੋਟੀ ਰਹਿ ਗਈ। 6 ਚੱਕਰ ਇੱਕ ਗਿਆਨ ਹੈ। ਪਰ ਜਦੋਂ ਕੋਈ ਸੁਰਤ ਸ਼ਬਦ ਦੇ ਰਾਹ ਤੇ ਤੁਰਦਾ ਹੈ, ਉੱਥੇ ਚੱਕਰ ਬਿਲਕੁਲ ਨਿਗੁਣੇ ਛੋਟੇ ਰਹਿ ਗਏ। ਉੱਥੇ ਜਿਹੜਾ ਪਿੰਗਲਾ ਸੁਖਮਣਾ ਬਿਲਕੁਲ ਵਿਚਾਰੀਆਂ ਇਸ ਤਰ੍ਹਾਂ ਨਹੀਂ, ਇਹਨਾਂ ਦੀ ਲੋੜ ਕੀ ਰਹਿ ਗਈ। ਜਿਹਨੇ ਹਾਈ ਕੁਆਲਿਟੀ ਤੇ ਜਾ ਕੇ ਵਿਦਿਆ ਦੇਖ ਲਈ, ਉਹ ਫਿਰ ਪੂਰਨੇ ਕਾਹਦੇ ਲਈ ਪਾਏਗਾ। ਇਸ ਕਰਕੇ ਪਹਿਲਾਂ ਅਸੀਂ ਬੋਲਨੇ ਆ, ਫਿਰ ਅਸੀਂ ਗਾਉਂਦੇ ਆ। ਆਵਾਜ਼ ਦੇ ਵਿੱਚ ਥਰਾਟ ਪੈਦਾ ਹੁੰਦੀ ਹੈ, ਆਵਾਜ਼ ਦੇ ਵਿੱਚ ਹਿਲਜੁਲ ਪੈਦਾ ਹੁੰਦੀ ਹੈ, ਆਵਾਜ਼ ਦੇ ਕਈ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਨੇ। ਉਹ ਦਰਵਾਜ਼ੇ ਖੁੱਲ੍ਹਣੇ ਕਿਵੇਂ ਖੁੱਲ੍ਹਣ, ਗੁਰੂ ਸਾਹਿਬ ਨੇ ਇੱਕ ਹੋਰ ਬੜਾ ਵੱਡਾ ਗਿਆਨ ਦਿੱਤਾ, ਜਿਹਦਾ ਇੱਥੇ ਮੈਂ ਜ਼ਿਕਰ ਕਰ ਦਿਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤੁਸੀਂ ਵੇਖੋਗੇ, ਜਿੱਥੇ ਬਾਣੀ ਲਿਖੀ ਹੈ, ਜਿੱਥੇ ਮਹੱਲਾ ਪਹਿਲਾ ਦੂਜਾ ਤੀਜਾ ਲਿਖਿਆ, ਉਹਦੇ ਤੋਂ ਪਹਿਲਾਂ ਇੱਕ ਚੀਜ਼ ਆਈ, ਇੱਥੇ ਵੀ ਆਇਆ, ਸੋ ਦਰ ਰਾਗ। ਰਾਗ ਆਸਾ ਮਹੱਲਾ ਪਹਿਲਾ, ਬਾਣੀ ਬਾਅਦ ਵਿੱਚ ਹੈ। ਵਿੱਚ ਜਦੋਂ ਰਾਗੀ ਸਿੰਘ ਗਾਉਂਦੇ ਨੇ, ਵੇਖਣਾ ਜਰਾ ਸ਼ਬਦ ਨੂੰ ਕਿੰਨਾ ਲੰਮਾ ਤੋੜ ਕੇ, ਲੰਬਾ ਖਿੱਚ ਕੇ, ਥਰਾਟ ਕਰ ਕੇ ਗਾਉਂਦੇ ਨੇ। ਉਹਦੇ ਨਾਲ ਕੀ ਹੁੰਦਾ ਹੈ, ਸ਼ਬਦ ਦੇ ਵਿੱਚ ਭੇਦ ਪੈਦਾ ਹੁੰਦੇ ਨੇ, ਸ਼ਬਦ ਦੇ ਦਰਵਾਜ਼ੇ ਖੁੱਲ੍ਹਦੇ ਨੇ ਅੰਦਰੋਂ ਆਵਾਜ਼ ਦੇ। ਇਹ ਰਾਗ ਅਸਲ ਵਿੱਚ ਆਈ ਉਸ ਥਾਂ ਤੋਂ ਜਿੱਥੇ ਸਾਧਨਾ ਸੀ, ਤੇ ਬਾਅਦ ਵਿੱਚ ਚਲੋ ਇਹ ਵਿਦਿਆ ਬਣ ਗਈ, ਇਹ ਕਲਾ ਹੋ ਗਈ, ਇਹਨੂੰ ਲਿਖਿਆ ਗਿਆ, ਸਾਰੇ ਗਾਮਾ ਪਾਦਾ ਨੀਸਾ, ਇਹ ਬਣ ਗਿਆ। ਪਰ ਅਸਲੀਅਤ ਦੇ ਵਿੱਚ ਜਦੋਂ ਰੱਬ ਦੇ ਪਿਆਰੇ ਉਸ ਦਰ ਤੇ ਗਏ, ਤੇ ਆਵਾਜ਼ ਦੇ ਰਾਹੀਂ ਗਏ ਨੇ, ਆਵਾਜ਼ ਰਾਹੀਂ ਉਹਦੇ ਤੱਕ ਪਹੁੰਚ ਹੋਈ, ਤੇ ਉਸ ਰਾਹ ਨੂੰ ਜਿੱਥੋਂ ਲੰਘੇ ਸਨ, ਫਿਰ ਵਹਿੰਦੇ ਨੇ ਵੀ ਫਲਾਣਾ ਮੋੜ ਕਿੱਥੋਂ ਮੁੜਦਾ। ਉਹਨਾਂ ਵੇਖਿਆ ਵੀ ਇੱਥੇ ਤੇ ਰਾਗ ਹੀ ਬੜੇ ਨੇ, ਇੱਥੇ ਤੇ ਰਾਗ ਹੀ ਨੇ ਬੜੇ, ਕਿੰਨੇ ਰਾਗ ਖੜੇ ਹੋ ਗਏ ਸਾਡੀ ਆਵਾਜ਼ ਦੇ ਵਿੱਚ ਹੀ ਨੇ। ਉੱਥੇ ਫਿਰ ਸੱਚੇ ਪਾਤਸ਼ਾਹ ਨੇ, ਸਤਿਗੁਰੂ ਨੇ ਬਚਨ ਕੀਤਾ, ਜਿੱਦਣ ਆਨੰਦ ਪੈਦਾ ਹੋਵੇਗਾ, ਸਾਰੇ ਰਾਗਾਂ ਦੀ ਸਮਝ ਉਦਣ ਆ ਜਾਏਗੀ। ਹਜ਼ੂਰ ਦੇ ਬਚਨ ਨੇ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਰਾਗ ਹੀ ਰਾਗ ਸਾਡੀ ਆਵਾਜ਼ ਵਿੱਚ, ਰਾਗ ਹੀ ਰਾਗ। ਇੱਥੋਂ ਰਾਗ ਸੁਣੇ ਵਾਹਿਗੁਰੂ ਦੇ ਪਿਆਰਿਆਂ ਨੇ, ਤੇ ਫਿਰ ਇਹਨਾਂ ਨੂੰ ਗਾਇਆ। ਬਾਹਰੋਂ ਅਸੀਂ ਸੰਸਾਰੀਆਂ ਨੇ ਉਹ ਕੈਚ ਕਰ ਲਏ, ਅਸੀਂ ਕਾਪੀਆਂ ਤੇ ਲਿਖ ਲਏ, ਹੁਣ ਉਹ ਕਲਾ ਬਣ ਗਈ ਏ, ਹੁਣ ਉਹਦੇ ਟੈਸਟ ਹੁੰਦੇ ਨੇ, ਹੁਣ ਉਹਦੇ ਉਸਤਾਦ ਨੇ, ਹੁਣ ਸਿੱਖਿਆ ਜਾਂਦਾ ਹੈ। ਠੀਕ ਹੈ, ਇਹ ਗਲਤ ਨਹੀਂ ਕੁਝ, ਇਹ ਗਲਤ ਨਹੀਂ, ਪਰ ਇੱਕ ਧਿਆਨ ਰੱਖਣਾ, ਰਾਗ ਕੋਈ ਬਾਹਰਲੀ ਕਲਾ ਨਹੀਂ ਸੀ, ਰਾਗ ਅੰਦਰਲੀ ਕਲਾ ਸੀ। ਇੱਥੇ ਆ ਕੇ ਅਸੀਂ ਭੁੱਲ ਗਏ, ਇੱਥੇ ਆ ਕੇ ਹੋਰ ਤਾਂ ਹੋਰ ਜਿਹੜਾ ਸ਼ਾਸਤਰੀ ਸੰਗੀਤ ਹੈ ਜਾਂ ਦੂਜੇ ਘਰਾਣਿਆਂ ਦਾ ਸੰਗੀਤ ਹੈ, ਉਹ ਤੇ ਚਲੋ ਕਲਾ ਹੋਵੇਗੀ ਜਾਂ ਕਿੱਥੋਂ ਆਇਆ ਗੁਰੂ ਜਾਣੇ, ਪਰ ਉਦੋਂ ਵੇਖ ਕੇ ਇੱਕ ਮਨ ਨੂੰ ਬੜਾ ਕਹਿ ਲਓ ਵੀ ਠੇਸ ਪਹੁੰਚਦੀ ਹੈ ਵੀ ਗੁਰਮਤ ਵਿਦਿਆ ਦੇ ਸਿਖਿਆਰਥੀ ਜਿਹੜੇ ਰਾਗ ਦੇ ਨੇ, ਜਿਹੜੇ ਗੁਰਮਤ ਵਿਦਿਆ ਗੁਰਬਾਣੀ ਗਾਉਣ ਲਈ ਰਾਗ ਸਿੱਖ ਰਹੇ ਨੇ, ਉਹ ਵੀ ਉਹਨਾਂ ਨੂੰ ਆਪਣਾ ਉਸਤਾਦ ਮੰਨਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਰਾਗ ਆਇਆ ਕਿੱਥੋਂ ਹੈ, ਮਰਦਾਨਾ ਜੀ ਕਿੱਥੋਂ ਲੈ ਕੇ ਆਏ, ਭਾਈ ਸੱਤਾ ਤੇ ਬਲਵੰਡਾ ਕੌਣ ਸਨ, ਬੜਾ ਘੱਟ ਹੈ। ਕਿਉਂਕਿ ਅਸੀਂ ਸਮਝ ਲੈ ਕਲਾ ਸੀ, ਕਲਾ ਨਹੀਂ ਸੀ, ਇਹ ਇੱਕ ਗੀਤ ਸੀ ਪਰਮਾਤਮਾ ਦਾ, ਬੜੀ ਵੱਡੀ ਸਾਧਨਾ ਸੀ। ਤਾਂ ਇੱਥੋਂ ਇੱਕ ਗੱਲ ਸਿੱਧ ਹੋ ਗਈ ਕਿ ਜਦੋਂ ਵੀ ਕੋਈ ਵਿਅਕਤੀ ਆਪਣੇ ਅੰਦਰੂਨੀ ਕੇਂਦਰ ਤੇ ਜਾਂਦਾ ਹੈ, ਜਿਸ ਨੂੰ ਅੰਦਰਲੀ ਅੱਖ ਕਿਹਾ, ਜਿਹਦੇ ਨਾਲ ਪਰਮਾਤਮਾ ਨੂੰ ਵੇਖ ਸਕਨੇ, ਉਸ ਅੱਖ ਨੂੰ ਖੋਲਣ ਦਾ, ਜਗਾਉਣ ਦਾ ਤਰੀਕਾ ਇੱਕੋ ਹੀ ਹੈ ਕਿ ਮਨੁੱਖ ਪਹਿਲਾਂ ਅਸਥੂਲ ਆਵਾਜ਼ ਨਾਲ ਜੁੜੇ, ਆਪਣੀ ਅਸਥੂਲ ਆਵਾਜ਼ ਨਾਲ, ਤੇ ਜਦੋਂ ਇਹ ਆਵਾਜ਼ ਨਾਲ ਜੁੜੇਗਾ, ਇੱਕ ਦਿਨ ਇਹਨੂੰ ਸਨਾਟਾ, ਬਿਲਕੁਲ ਚੁੱਪਚਾਪ, ਚੌਵਾਂ ਪਾਸੇ ਬ੍ਰਹਿਮੰਡ ਵਿੱਚ ਇੱਕ ਆਵਾਜ਼ ਸੁਣਨੀ ਸ਼ੁਰੂ ਹੋ ਜਾਏਗੀ, ਜਿਸ ਨੂੰ ਗੁਰੂ ਸਾਹਿਬ ਨੇ ਅਨਹਦ ਆਵਾਜ਼ ਕਿਹਾ, ਅਨਾਦ ਨਾਦ, ਜੋ ਸੁਣਿਆ ਵੀ ਜਾ ਸਕਦਾ, ਜੋ ਸੁਣਨ ਤੋਂ ਪਰੇ ਵੀ ਇਹ ਆਮ ਬੰਦੇ ਦੀ ਸਮਝ ਵਿੱਚ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਨੇ, ਇਹ ਇੱਕ ਬਾਣੀ ਹੈ ਸੋਦਰ, ਜਿਹੜੀ 3 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਹੈ। ਪਹਿਲਾਂ ਆਪਾਂ ਜਪਜੀ ਸਾਹਿਬ ਵਿੱਚ ਇਹ ਪੌੜੀ ਸੁਣੀ,
ਥੋੜ੍ਹੇ ਜਿਹੇ ਫਰਕ ਦੇ ਨਾਲ ਅੱਖਰਾਂ ਦਾ ਅਰਥ ਇੱਕੋ ਹੀ ਨੇ। ਉਹਦੇ ਤੋਂ ਬਾਅਦ ਇੱਥੇ 8 ਅੰਗ ਤੇ ਆ ਗਈ। ਸੋਦਰ ਵਿੱਚ ਜਿਹੜੀ ਰਹਿ ਰਸ ਦੀ ਬਾਣੀ ਉਹਦੇ ਵਿੱਚ ਆਉਂਦੀ ਹੈ। ਇੱਕ ਥਾਂ ਤੇ ਸ਼ਬਦ ਫੇਰ ਆਏਗਾ ਆਸਾ ਰਾਗ ਦੇ ਵਿੱਚ, ਜਿੱਥੇ ਆਸਾ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ ਹੈ। ਕਾਰਨ ਕੀ ਹੈ? ਇਸ ਸ਼ਬਦ ਨਾਲ ਗੁਰੂ ਨਾਨਕ ਸਾਹਿਬ ਨੂੰ ਬਹੁਤ ਗਹਿਰਾ ਪਿਆਰ ਹੈ। ਇੱਕੋ ਹੀ ਕਾਰਨ ਹੈ। ਤੁਸੀਂ ਵੇਖੋ, ਆਦਮੀ ਵਾਰ-ਵਾਰ ਕਿਹੜੀ ਚੀਜ਼ ਮੰਗਦਾ ਖਾਣ ਲੱਗਿਆ? ਪ੍ਰਸ਼ਾਦਾ ਛਕਨੇ ਆ, ਚੀਜ਼ਾਂ ਬਹੁਤ ਨੇ, 5-6 ਚੀਜ਼ਾਂ ਖਾ ਰਹੇ ਆ, ਪਰ ਉਹਨੂੰ ਜ਼ਿਆਦਾ ਮੰਗਾਂਗੇ ਜਿਹੜੀ ਵਸਤੂ ਸਾਨੂੰ ਜ਼ਿਆਦਾ ਸਵਾਦ ਲੱਗ ਰਹੀ। ਇਹਦਾ ਮਤਲਬ ਇਹ ਸ਼ਬਦ ਗੁਰੂ ਨਾਨਕ ਦਾ ਬਹੁਤ ਪਿਆਰਾ ਸ਼ਬਦ ਹੈ, ਕਿਉਂਕਿ ਇਹਦੇ ਵਿੱਚ ਉਸ ਦਰਵਾਜ਼ੇ ਦੀ ਗੱਲ ਕੀਤੀ ਗਈ, ਆਵਾਜ਼ ਦੀ, ਕੀਰਤਨ ਦੀ। ਉਹ ਕਹਿੰਦੇ ਨੇ ਗਾਉਣ ਦੀ ਜਾਚ ਸਿੱਖ, ਜਦੋਂ ਤੂੰ ਗਾਏਗਾ ਤੇਰੇ ਅੰਦਰੋਂ ਦਰਵਾਜ਼ਾ ਖੁੱਲ੍ਹਣਾ ਸ਼ੁਰੂ ਹੋ ਜਾਏਗਾ। ਇਸ ਕਰਕੇ ਸ਼ਬਦ 3 ਵਾਰੀ ਆਇਆ। ਔਰ ਇਹ ਸ਼ਬਦ ਇੱਕ ਹੋਰ ਚੀਜ਼ ਦਾ ਵੀ ਖੁਲਾਸਾ ਕਰਦਾ ਹੈ, ਜਿਵੇਂ ਕਿ ਜਪਜੀ ਸਾਹਿਬ ਦੀ ਬਾਣੀ ਦੇ ਉੱਤੇ ਸਿਰਲੇਖ ਦੇ ਕੋਈ ਮਹੱਲਾ ਨਹੀਂ ਲਿਖਿਆ, ਤੇ ਕੱਲ ਨੂੰ ਕੋਈ ਸ਼ੰਕਾ ਨਾ ਕਰੇ ਵੀ ਇਹਦੇ ਤੇ ਮਹੱਲਾ ਹੀ ਨਹੀਂ, ਬਾਣੀ ਆ ਕਿੱਧਰੋਂ ਗਈ ਹੈ। ਕੋਈ ਮਹੱਲਾ ਨਹੀਂ ਲਿਖਿਆ। ਇਹ ਸ਼ਬਦ ਜਿਹਦੇ ਉੱਤੇ ਲਿਖਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ, ਸੋਦਰ ਤੇਰਾ ਕਿਹਾ ਸਿੱਧ ਕਰਦਾ ਹੈ ਕਿ ਬਾਣੀ ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਉਹਨਾਂ ਨੇ 2 ਥਾਵਾਂ ਤੇ ਉੱਤੇ ਆਸਾ ਮਹੱਲਾ ਪਹਿਲਾ ਲਿਖ ਕੇ ਦੱਸ ਦਿੱਤਾ, ਜਪਜੀ ਸਾਹਿਬ ਨੂੰ ਜੇ ਕਿਸੇ ਗਾਉਣਾ ਹੈ ਤੇ ਆਸਾ ਰਾਗ ਵਿੱਚ ਗਾਏ। ਤੇ ਆਸਾ ਰਾਗ ਜਿਹੜਾ ਅੰਮ੍ਰਿਤ ਵੇਲੇ ਗਾਉਣ ਦਾ ਰਾਗ ਹੈ। ਜਪਜੀ ਸਾਹਿਬ ਨੂੰ ਵੀ ਗਾਇਆ ਜਾ ਸਕਦਾ ਹੈ। ਜਪਜੀ ਸਾਹਿਬ ਦੇ ਉੱਤੇ ਮਹੱਲਾ ਕੋਈ ਨਹੀਂ ਲਿਖਿਆ। ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਰਾਗ ਜਿਹੜੇ ਨੇ ਇਹ ਪਰਮਾਤਮਾ ਤੱਕ ਲਿਜਾਣ ਦਾ ਰਸਤਾ ਨੇ, ਉਹਦਾ ਘਰ ਅੱਗੇ ਹੈ। ਜਪਜੀ ਸਾਹਿਬ ਪਰਮਾਤਮਾ ਦਾ ਘਰ ਹੈ। ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਸਾਰੇ ਰਾਗਾਂ ਦੇ ਵਿੱਚੋਂ ਨਿਕਲਦਿਆਂ ਸੁਰਤ ਇੱਕ ਦਿਨ ਜਪ ਤੱਕ ਪਹੁੰਚ ਜਾਏਗੀ, ਉਹਦੇ ਘਰ ਤੱਕ ਚਲੀ ਜਾਏਗੀ। ਘਰ ਦਾ ਕੋਈ ਰਾਗ ਨਹੀਂ, ਉਹ ਰਾਗ ਤੋਂ ਅੱਗੇ ਹੈ। ਇਸ ਕਰਕੇ ਇਸ ਬਾਣੀ ਦੇ ਉੱਤੇ ਮਹੱਲਾ ਨਹੀਂ ਲਿਖਿਆ, ਰਾਗ ਨਹੀਂ ਲਿਖਿਆ। ਤਾਂ ਇਹਨਾਂ ਸ਼ਬਦਾਂ ਨੂੰ ਆਪਾਂ ਗੁਰੂ ਕਿਰਪਾ ਦੁਆਰਾ ਸਮਝਾਂਗੇ ਕਿ ਇਹਦੇ ਵਿੱਚ ਕੀ ਗੁਰੂ ਸਾਹਿਬ ਰਹੱਸ ਨੇ, ਜਿਹੜੇ ਭੇਦ ਨੇ ਸਾਡੇ ਸਾਹਮਣੇ ਖੋਲ ਰਹੇ ਨੇ। ਸਤਿਗੁਰੂ ਦੇ ਬਚਨ ਇੱਥੋਂ ਸ਼ੁਰੂ ਹੁੰਦੇ ਨੇ, ਸੋ ਦਰ ਰਾਗ ਆਸਾ। ਆਸਾ ਰਾਗ ਵਿੱਚ ਸੋ ਦਰ ਨਾਮਕ ਬਾਣੀ, ਜਿਹਨੂੰ ਰਹਿ ਰਾਸ ਵੀ ਕਹਿੰਦੇ ਆ। ਰਹਿ ਰਾਸ ਜਿਹੜਾ ਲਫ਼ਜ਼ ਇਹਦੇ ਕਈ ਅਰਥ ਨੇ। ਰਹਿ ਰਾਸ ਦਾ ਅਰਥ ਇਹ ਵੀ ਕੀਤਾ ਹੈ ਕਿ ਰਾਹ ਰਸਤਾ, ਪਰਮਾਤਮਾ ਦੇ ਦਰ ਦਾ ਠੀਕ ਰਸਤਾ। ਰਹਿ ਰਾਸ ਦਾ ਅਰਥ ਇਹ ਵੀ ਕੀਤਾ ਹੈ ਕਿਸੇ ਨੂੰ ਰਹਿ ਰਾਸ ਨਮਸਕਾਰ ਕਰਨੀ। ਰਹਿ ਰਾਸ ਦਾ ਇਹ ਵੀ ਅਰਥ ਹੈ ਕਿਸੇ ਦਾ ਸਵਾਗਤ ਕਰਨਾ ਆਏ ਦਾ। ਰਹਿ ਰਾਸ ਦਾ ਅਰਥ ਹੈ ਕਿਸੇ ਦਾ ਹਾਲ ਚਾਲ ਪੁੱਛਣਾ। ਤੇ ਰਹਿ ਰਾਸ ਦਾ ਅਰਥ ਇਹ ਵੀ ਹੈ ਰਾਹ ਜਮਾ। ਰਾਹ ਦਾ ਅਰਥ ਹੈ ਰਸਤਾ, ਤੇ ਰਾਸ ਦਾ ਅਰਥ ਹੈ ਰਾਸ਼ੀ, ਪੂੰਜੀ। ਰਾਹ ਦੀ ਰਾਸ਼ੀ, ਰਾਹ ਦੀ ਪੂੰਜੀ, ਰਾਹ ਦਾ ਖਰਚਾ। ਜਪਜੀ ਨੂੰ ਕਿਹਾ ਨਿਸ਼ਾਨ, ਤੇ ਰਹਿ ਰਾਸ ਨੂੰ ਕਿਹਾ ਰਾਹ ਦਾ ਖਰਚਾ। ਜਦੋਂ ਕੋਈ ਮਨੁੱਖ ਸਫ਼ਰ ਕਰਦਾ ਹੈ ਨਾ, ਉਹਨੂੰ 2 ਚੀਜ਼ਾਂ ਦੀ ਲੋੜ ਪੈਂਦੀ ਹੈ। ਇੱਕ ਤਾਂ ਉਹ ਡਾਕੂਮੈਂਟਸ ਜਿਹਦੇ ਉੱਤੇ ਮੋਹਰ ਲੱਗੀ ਹੋਵੇ, ਤਾਂ ਕਿ ਉਹ ਬਾਰਡਰ ਤੇ ਉਹਨੂੰ ਰੋਕੇ ਕੋਈ ਨਾ, ਵਿਖਾ ਕੇ ਅੱਗੇ ਲੰਘ ਜਾਏ। ਇੱਕ ਤਾਂ ਇਸ ਚੀਜ਼ ਦੀ ਲੋੜ ਪੈਂਦੀ। ਇੱਕ ਦੂਸਰੀ ਵਸਤੂ ਦੀ ਲੋੜ ਪੈਂਦੀ ਵੀ ਉਹਨੇ ਸਫ਼ਰ ਕਰਨਾ, ਉਹਦੇ ਕੋਲ ਟਿਕਟ ਵਾਸਤੇ ਪੈਸੇ ਹੋਣੇ ਚਾਹੀਦੇ ਨੇ, ਉਹਦੇ ਕੋਲ ਖਾਣ ਪੀਣ ਵਾਸਤੇ 4 ਰੁਪਈਏ ਜੇਬ ਵਿੱਚ ਚਾਹੀਦੇ ਨੇ। ਬਾਬੇ ਨਾਨਕ ਨੇ ਪਹਿਲਾਂ ਦਿੱਤਾ ਸਿੱਖ ਨੂੰ ਜਪਜੀ ਸਾਹਿਬ, ਕਹਿਣ ਲੱਗੇ ਜਪਜੀ ਸਾਹਿਬ ਨੂੰ ਕਮਾ, ਇਹਨੂੰ ਪੜ੍ਹ, ਤੈਨੂੰ ਤੇਰੇ ਜੀਵਨ ਤੇ ਮੋਹਰ ਲੱਗ ਜਾਏਗੀ। ਤੂੰ ਲੋਕ ਦੀ ਗੱਲ ਕਰਨਾ, ਪਰ ਲੋਕ ਵਿੱਚ ਵੀ ਤੈਨੂੰ ਕੋਈ ਨਹੀਂ ਰੋਕੇਗਾ, ਸਾਰੇ ਬਾਰਡਰ ਪਾਰ ਕਰ ਜਾਣ। ਉਹ ਲਾ ਦਿੱਤੀ ਮੋਹਰ, ਨਿਸ਼ਾਨ, ਮੋਹਰ ਤੇ ਲੱਗ ਗਈ। ਤੇ ਫਿਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਸਿੱਖ ਨੇ, ਮਹਾਰਾਜ ਹੁਣ ਵੀਜ਼ਾ ਮੋਹਰ ਇਹ ਤੇ ਗਿਆ ਲੱਗ, ਤੇ ਹੁਣ ਟਿਕਟ ਜੋਗਾ ਪ੍ਰਬੰਧ ਵੀ ਕਰੋ, ਰਾਹ ਦਾ ਖਰਚਾ। ਰਾਹ ਕਿਵੇਂ ਚੱਲੇਗਾ? ਲੋਕ ਪਰਲੋਕ ਵਿੱਚ ਜਾਣਾ ਬੜੀ ਦੂਰ, ਕੁਝ ਖਾਣ ਵਾਸਤੇ, ਕੁਝ ਪਹਿਨਣ ਵਾਸਤੇ, ਕੁਝ ਰਹਿਣ ਵਾਸਤੇ, ਕੁਝ ਖਰਚਾ ਪਾਣੀ ਜੇਬ ਦਾ ਸਫ਼ਰ ਕਰਨ ਲਈ ਚਾਹੀਦਾ ਹੈ। ਤੇ ਸਤਿਗੁਰੂ ਨੇ ਕਿਹਾ, ਲੈ ਸਿੱਖਾ ਤੇਰੀ ਝੋਲੀ ਵਿੱਚ ਰਹਿ ਰਾਸ ਪਾ ਦੇਣਾ। ਰਹਿ ਰਾਸ ਰਸਤੇ ਦੀ ਪੂੰਜੀ, ਰਸਤੇ ਦਾ ਖਰਚਾ। ਗੁਰੂ ਕੇ ਸਿੱਖਾ ਸਵੇਰੇ ਪੜ੍ਹੀ ਪਿਆਰ ਨਾਲ ਜਪਜੀ ਸਾਹਿਬ,
ਜੀਵਨ ਤੇ ਰੱਬ ਦੀ ਬਖਸ਼ਿਸ਼ ਦੀ ਮੋਹਰ ਲੱਗ ਜਾਏਗੀ, ਉੱਜਲ ਹੋ ਜਾਏਗਾ ਤੇਰਾ ਮੱਥਾ। ਤੇ ਜੇ ਤੂੰ ਰਹਿ ਰਾਸ ਰੋਜ਼ ਪਿਆਰ ਨਾਲ ਕਰੇਗਾ, ਸ਼ਾਮ ਨੂੰ ਟਿਕ ਕੇ ਬਹਿ ਕੇ, ਤੇ ਉਸ ਰਸਤੇ ਦੇ ਪੂੰਜੀ ਤੇ ਖਰਚਾ ਵੀ ਤੈਨੂੰ ਮਿਲ ਜਾਏਗਾ। ਹਾਂ, ਵਿਚਲੀਆਂ 4 ਬਾਣੀਆਂ ਹੋਰ ਪੜ੍ਹਨੀਆਂ ਨੇ ਸਿੱਖ ਦੇ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਤੇ ਵੱਡਾ ਆਨੰਦ ਸਾਹਿਬ। ਉਹਦੇ ਨਾਲ ਉਹਦਾ ਹੋਰ ਫਿਲਾਸਫੀ ਹੈ। ਇਸ ਕਰਕੇ ਇਹ ਬਾਣੀ ਰਹਿ ਰਾਸ ਰਸਤੇ ਦਾ ਖਰਚਾ ਸਿੱਖ ਨੂੰ ਦਿੰਦੀ ਹੈ। ਇਸ ਬਾਣੀ ਨੂੰ ਪੜ੍ਹਨ ਦਾ ਵਕਤ ਸ਼ਾਮ ਦਾ, ਸੂਰਜ ਡੁੱਬਦਿਆਂ ਸਾਰ ਪੜ੍ਹਨੀ ਜਾਂ ਉਸ ਤੋਂ ਬਾਅਦ ਪੜ੍ਹਨੀ, ਇਹ ਇਹਦਾ ਟਾਈਮ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸੋ ਦਰ, ਉਹਦੇ ਦਰ ਤੱਕ ਪਹੁੰਚਾ ਦਿੰਦੀ ਏ, ਉਹਦੇ ਦਰ ਤੱਕ ਲੈ ਜਾਂਦੀ ਏ ਬਾਣੀ। ਜੋ ਰਾਗ ਆਸਾ ਵਿੱਚ ਪਹਿਲੇ ਮਹੱਲੇ ਵਿੱਚ ਪਹਿਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲੇ ਮਹਿਲ ਵਿੱਚ ਉਚਾਰ ਰਹੇ ਨੇ, ਇੱਕ ਓੰਕਾਰ। ਸਾਰੇ ਸ਼ਬਦਾਂ ਦੇ ਅੱਗੇ ਇੱਕ ਓੰਕਾਰ ਆਏਗਾ। ਇਹ ਨਿਸ਼ਾਨੀ ਦੱਸ ਦਿੱਤੀ ਕਿ ਇਹਦਾ ਪ੍ਰਯੋਜਨ ਸਾਰੇ ਸ਼ਬਦ ਦਾ, ਜਿਹਦੇ ਵਿੱਚ ਭਾਵੇਂ ਵਰਣਨ ਕਾਹਦਾ ਆ ਜਾਏ, ਉਦਾਹਰਨਾਂ ਕਿਸ ਦੀਆਂ ਆ ਜਾਣ, ਨਾ ਕਿਹਨਾਂ ਤੇ ਆ ਜਾਣ, ਪਰ ਇਹਦਾ ਪਹੁੰਚਣਾ ਜਿਹੜਾ ਪ੍ਰਯੋਜਨ ਹੈ, ਇੱਕ ਵਾਹਿਗੁਰੂ ਤੱਕ ਜਾਣਾ। ਉਹ ਅਕਾਲ ਪੁਰਖ ਕਿਵੇਂ ਮਿਲਦਾ? ਸੱਚੇ ਪਾਤਸ਼ਾਹ ਕਹਿੰਦੇ ਸਤ ਗੁਰ ਪ੍ਰਸਾਦ, ਪੂਰੇ ਗੁਰੂ ਦੀ ਕਿਰਪਾ ਨਾਲ, ਸਤ ਸਦਾ ਕਾਇਮ ਰਹਿਣ ਵਾਲਾ ਗੁਰੂ, ਅਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਲਾ, ਪ੍ਰਸਾਦ ਬਖਸ਼ਿਸ਼, ਕਿਰਪਾ, ਰਹਿਮਤ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਇੱਕ ਵਾਹਿਗੁਰੂ ਤੱਕ ਪਹੁੰਚਿਆ ਜਾ ਸਕਦਾ ਹੈ। ਉਹਦੇ ਰਾਹ ਦੀ ਪੂੰਜੀ ਰਹਿ ਰਾਸ ਹੈ, ਤੇ ਉੱਥੇ ਜਾਣ ਵਾਸਤੇ ਜਿਹੜੀ ਮੋਹਰ ਹੈ ਉਹ ਜਪਜੀ ਸਾਹਿਬ ਹੈ। ਅੱਗੇ ਹਜੂਰ ਕਹਿੰਦੇ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਹੇ ਵਾਹਿਗੁਰੂ, ਤੇਰਾ ਦਰ ਕਿਵੇਂ ਦਾ ਹੈ, ਤੇਰਾ ਦਰਵਾਜ਼ਾ ਕਿਵੇਂ ਦਾ ਹੈ, ਮੈਂ ਤੇਰੇ ਦਰ ਤੇ ਪਹੁੰਚਿਆ ਵਾਂ, ਇਹ ਕਿਵੇਂ ਦਾ ਹੈ, ਤੇ ਤੇਰਾ ਘਰ ਕਿਵੇਂ ਦਾ ਹੈ। ਸੋ ਦਰ ਤੋਂ ਸੋ ਘਰ ਦੀ ਯਾਤਰਾ ਹੈ ਸਿੱਖ ਦੀ ਜ਼ਿੰਦਗੀ। ਸੋ ਦਰ ਦਾ ਮਤਲਬ ਹੈ ਗੁਰੂ ਕੇ ਸਿੱਖ ਨੇ ਅੰਮ੍ਰਿਤ ਛਕ ਲਿਆ, 5 ਕਕਾਰ ਪਹਿਨ ਲਏ, 5 ਬਾਣੀਆਂ ਦਾ ਨਿਤਨੇਮੀ ਹੋ ਗਿਆ, ਰਹਿ ਰਾਸ ਦਾ ਨਿਤਨੇਮੀ ਹੋ ਗਿਆ। ਇਹ ਤਾਂ ਹੁਣ ਆ ਗਿਆ ਦਰ ਤੱਕ, ਹੁਣ ਦਰ ਤੋਂ ਘਰ ਤੇ ਜਾਣਾ। ਇਸ ਕਰਕੇ ਗੁਰੂ ਸਾਹਿਬ ਨੇ ਜਿਹੜਾ ਧਾਰਮਿਕ ਕੇਂਦਰ ਥਾਂ ਦਿੱਤਾ ਨਾ ਸਾਨੂੰ, ਉਹਦਾ ਨਾਂ ਅਸੀਂ ਇਹ ਨਹੀਂ ਕਿਹਾ ਵੀ ਪਰਮਾਤਮਾ ਦਾ ਘਰ ਹੈ, ਉਹਨੂੰ ਪਰਮਾਤਮਾ ਦਾ ਘਰ ਨਹੀਂ ਕਿਹਾ। ਹਾਂ, ਗੁਰੂ ਘਰ ਉਹਨੂੰ ਕਿਹਾ। ਗੁਰੂ ਘਰ ਸ਼ਬਦ ਅਸੀਂ ਵਰਤਨੇ ਆ, ਪਰ ਗੁਰੂ ਸਾਹਿਬ ਨੇ ਗੁਰੂ ਘਰ ਵੀ ਨਹੀਂ ਕਿਹਾ, ਉਹਨਾਂ ਨੇ ਕਿਹਾ ਗੁਰੂ ਦੁਆਰਾ, ਗੁਰਦੁਆਰਾ। ਕਹਿੰਦੇ ਆ ਜੋ ਤੈਨੂੰ ਇਮਾਰਤ ਨਾਲ ਦਿੱਤੀ ਹੈ ਨਾ, ਜਿਹਦੇ ਵਿੱਚ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ, ਕੀਰਤਨ, ਕਥਾ, ਇਹ ਸਾਰੇ ਸਾਧਨ ਦਿੱਤੇ, ਸਿਰਫ ਮੇਰਾ ਦਰਵਾਜ਼ਾ ਹੈ। ਇੱਥੇ ਦਰਵਾਜ਼ੇ ਵਿੱਚ ਆ ਕੇ ਅਜੇ ਤੂੰ ਪਾਰ ਲੰਘਣਾ, ਇੱਥੋਂ ਤੂੰ ਸੁਣਨਾ ਹੈ, ਪੜ੍ਹਨਾ ਹੈ, ਸਾਧਨਾ ਕਰਨੀ ਹੈ, ਤੇ ਇੱਥੋਂ ਪਾਰ ਨਿਕਲ ਜਾਣਾ। ਦਰਵਾਜ਼ੇ ਤੋਂ ਬਿਨਾਂ ਤੂੰ ਪਾਰ ਨਹੀਂ ਜਾ ਸਕਦਾ, ਘਰ ਵਿੱਚ ਨਹੀਂ ਜਾ ਸਕਦਾ। ਗੁਰਦੁਆਰੇ ਤੋਂ ਬਿਨਾਂ ਤੂੰ ਪਰਮਾਤਮਾ ਦੇ ਘਰ ਤੱਕ ਨਹੀਂ ਪਹੁੰਚ ਸਕਦਾ, ਉਹ ਰਾਹ ਹੈ। ਪਰ ਇੱਕ ਗੱਲ ਯਾਦ ਰੱਖੀ, ਇੱਥੇ ਕਿਤੇ ਡੇਰੇ ਲਾ ਕੇ ਨਾ ਬਹਿ ਜੀ, ਕਿਤੇ ਗੁਰਦੁਆਰਿਆਂ ਦੇ ਵਿੱਚ ਰੋਜ਼ ਲੜਨਾ ਝਗੜਨਾ। ਗੁਰਦੁਆਰਿਆਂ ਦਾ ਰੂਪ ਕੀ ਹੈ? ਕੱਲੇ ਲੰਗਰਾਂ ਦੇ ਦੁਆਲੇ ਅਸੀਂ ਘੁਮਾ ਦਿੱਤਾ ਸਾਰਾ ਕੁਝ, ਕੱਲੇ ਲੰਗਰਾਂ ਦੇ। ਬਸ ਗੁਰਦੁਆਰਾ ਕੀਰਤਨ ਹੋਇਆ, ਇਕੱਠੇ ਹੋਏ, ਸਵੇਰੇ ਗੁਰਦੁਆਰੇ ਦੇ ਅੱਗੋਂ ਲੰਘੋ ਤੇ ਉੱਥੋਂ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਰਾਤ ਨੂੰ ਸਮਾਗਮ ਸੀ। ਕਿਉਂ? ਉਹਦੇ ਸਾਹਮਣੇ ਸੜਕ ਦੇ ਉੱਤੇ ਬਹੁਤ ਸਾਰੇ ਛੋਲੇ ਪੂਰੀਆਂ ਦੇ ਜਿਹੜੇ ਉਹ ਕਾਗਜ਼ ਜਿਹੇ ਖਿਲਰੇ ਹੁੰਦੇ ਨੇ, ਬਹੁਤ ਸਾਰੇ, ਪਤਾ ਲੱਗ ਜਾਂਦਾ ਵੀ ਇੱਥੇ ਰਾਤ ਸਮਾਗਮ ਸੀ। ਇਸ ਤਰ੍ਹਾਂ ਦਾ ਗੁਰਦੁਆਰਾ ਥੋੜ੍ਹੀ ਗੁਰੂ ਸਾਹਿਬ ਨੇ ਦਿੱਤਾ ਸੀ ਵੀ ਤੁਸੀਂ ਖਲਾਰਾ ਪਾ ਦਿਓ ਸੜਕਾਂ ਤੇ, ਗੰਦ ਪਾ ਦਿਓ ਚੌਵਾਂ ਪਾਸੇ। ਗੁਰੂ ਸਾਹਿਬ ਨੇ ਉਹ ਦਿੱਤਾ ਸੀ ਲੰਗਰ, ਸਿਰਫ ਸਰੀਰ ਦੀ ਲੋੜ ਸੀ ਇੱਕ, ਕਿ ਸਿੱਖ ਜਿਹੜਾ ਕੰਮ ਛੱਡ ਕੇ ਘਰੋਂ ਆਇਆ ਪਰਤ ਕੇ ਪ੍ਰਸ਼ਾਦਾ ਨਹੀਂ ਪਕਾ ਸਕਦਾ, ਫਿਰ ਸੇਵਾ ਦਾ ਸਾਧਨ ਬਣੇਗਾ। ਫਿਰ ਇੱਥੇ ਇਹ ਸਾਰੀਆਂ ਚੀਜ਼ਾਂ ਤਾਂ ਦਿੱਤੀਆਂ ਸਨ। ਪਰ ਅੱਜ ਦਾ ਸਾਡਾ ਸਿਸਟਮ ਗੁਰਦੁਆਰੇ ਦਾ ਲੰਗਰਾਂ ਦੇ ਦੁਆਲੇ ਘੁੰਮ ਗਿਆ। ਬਹੁਤੇ ਥਾਵਾਂ ਤੇ ਕਥਾ ਕਰਨ ਜਾਈਏ ਤੇ ਹੱਥ ਜੋੜ ਕੇ ਬੇਨਤੀ ਕਰਕੇ ਕਹਿਣਾ ਪੈਂਦਾ ਵੀ ਲੰਗਰ ਬੰਦ ਕਰ ਦਿਓ ਜਿੰਨਾ ਚਿਰ ਦੀਵਾਨ ਚੱਲਦਾ ਹੈ।